ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹਿਲਾ ਪੰਜਵਾ। ਘਰ ਪਹਿਲਾ ਇਕ ਓੰਕਾਰ, ਸਤਿਗੁਰ ਪ੍ਰਸਾਦ। ਖਾਕ ਨੂਰ ਕਰਦਨ ਆਲਮ ਦੁਨੀਆਏ, ਅਸਮਾਨ ਜ਼ਮੀਨ ਦਰਖਤ ਆਪ ਪੈਦਾਇਸ਼ ਖੁਦਾਈ। ਖਾਕ ਨੂਰ ਕਰਦਨ ਆਲਮ ਦੁਨੀਆਈ, ਅਸਮਾਨ ਜ਼ਮੀਨ ਦਰਖਤ ਆਪ ਪੈਦਾਇਸ਼ ਖੁਦਾਈ। ਬੰਦੇ ਚਸ਼ਮ ਦੀਦੰ ਫਨਾਏ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਈ। ਰਹਾਉ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਈ। ਦਿਲ ਕਬਜ਼ ਕਬਜ਼ਾ ਕਾਦਰੋ ਦੋਜਕ ਸਜਾਏ। ਵਲੀ ਨਿਆਮਤ ਬਿਰਾਦਰਾਂ, ਦਰਬਾਰ ਮਿਲਕ ਖਾਨਾਈ। ਜਬ ਅਜ਼ਰਾਇਲ ਬਸਤਨੀ, ਤਬ ਚੀਕਾਰੇ ਬਿਦਾਈ। ਹਵਾਲ ਮਾਲੂਮ ਕਰਦਨ ਪਾਕ ਅੱਲਾਹ, ਬੁਗੋ ਨਾਨਕ ਅਰਦਾਸ ਪੇਸ਼ ਦਰਵੇਸ਼ ਬੰਦਾ। ਹਵਾਲ ਮਾਲੂਮ ਕਰਦਨ ਪਾਕ ਅੱਲਾਹ, ਬੁਗੋ ਨਾਨਕ ਅਰਦਾਸ ਪੇਸ਼ ਦਰਵੇਸ਼ ਬੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਪਿਆਰ ਵਾਲੇ ਸਤ ਸੰਗੀ ਜਨ ਵਡਭਾਗੇ ਹੋ। ਮਾਲਕ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਆਪ ਰੋਜ਼ਾਨਾ ਗੁਰੂ ਦੀ ਸਿੱਖਿਆ ਪਾਵਨ ਮੁਖਰਾ ਵਾਕ ਰਾਹੀਂ ਪ੍ਰਾਪਤ ਕਰਦੇ ਹੋ। ਅੱਜ ਦਾ ਪਾਵਨ ਪਵਿੱਤਰ ਬਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਤਿਲੰਗ ਰਾਗ ਦੇ ਅੰਦਰ, ਜਿਸ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਪਾਵਨ ਪਵਿੱਤਰ ਅੰਗ
723 ਤੇ ਸੁਭਾਇਮਾਨ ਹੈ। ਇਸ ਪਾਵਨ ਪਵਿੱਤਰ ਬਚਨ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਸਿੱਖਿਆ ਦਿੱਤੀ ਹੈ, ਹੇ ਬੰਦੇ, ਮਾਇਆ ਦੇ ਅਧੀਨ ਹੋ ਕੇ, ਲਾਲਚ ਚ ਵਸ ਹੋ ਕੇ ਕਿਉਂ ਅਸਲ ਦੇ ਵਿੱਚ ਹਰਾਮ ਦੀ ਤੂੰ ਖਾ ਰਿਹਾ ਹੈ। ਭਾਵ ਕਹਿਣ ਤੋਂ ਪਰਾਇਆ ਧਨ ਲੁੱਟ ਕੇ ਅਸਲ ਦੇ ਵਿੱਚ ਛਲ ਕਪਟ ਦੇ ਨਾਲ ਤੂੰ ਆਪਣੇ ਲਾਲਚ ਦੀ ਪੂਰਤੀ ਕਰ ਰਿਹਾ ਹੈ। ਚੇਤੇ ਰੱਖ, ਜੋ ਕੁਝ ਵੀ ਅੱਖਾਂ ਦੇ ਨਾਲ ਵੇਖਦਾ ਹੈ, ਇਹਨੇ ਨਾਸ਼ ਹੋ ਜਾਣਾ ਹੈ ਇੱਕ ਦਿਨ। ਤੇ ਲਾਲਚ ਵਸ ਹੋ ਕੇ ਏਦਾਂ ਦਾ ਕੰਮ ਨਾ ਕਰ ਜਿਹਦੇ ਰਾਹੀਂ ਸੰਸਾਰ ਵਿੱਚ ਵੀ ਮੂੰਹ ਦਿਖਾਉਣ ਦੇ ਲਾਇਕ ਨਾ ਰਵੇ ਤੇ ਦਰਗਾਹ ਦੇ ਵਿੱਚ ਵੀ ਅਸਲ ਦੇ ਵਿੱਚ ਪਰਮਾਤਮਾ ਨਾਲ ਅੱਖਾਂ ਨਾ ਮਿਲਾ ਸਕੇ। ਇਸ ਗੱਲ ਨੂੰ ਭਗਤ ਫਰੀਦ ਜੀ ਨੇ ਵੀ ਸਪਸ਼ਟ ਕੀਤਾ ਹੈ। ਜਿੰਨੀ ਕਮੀ ਨਾਹੀਂ ਗੁਣ, ਜੋ ਅਸੀਂ ਕੰਮ ਕਰਦੇ ਹਾਂ ਜੇਕਰ ਉਹਦੇ ਰਾਹੀਂ ਸਾਡੀ ਮਨੁੱਖਾ ਦੇਹੀ ਨੂੰ ਅਸਲ ਦੇ ਵਿੱਚ ਕੋਈ ਨੁਕਸਾਨ ਹੋ ਰਿਹਾ, ਕੋਈ ਲਾਭ ਨਹੀਂ ਹੋ ਰਿਹਾ, ਬਰਬਾਦੀ ਹੋ ਰਹੀ ਹੈ, ਘਾਟਾ ਪੈ ਰਿਹਾ ਹੈ, ਉਹ ਭਾਵੇਂ ਇਸ ਜ਼ਿੰਦਗੀ ਵਿੱਚ ਹੈ, ਭਾਵੇਂ ਸੰਸਾਰਕ ਤੌਰ ਤੇ ਹੈ, ਭਗਤ ਜੀ ਕਹਿਣ ਲੱਗੇ ਉਹ ਕੰਮ ਕਦੀ ਵੀ ਨਾ ਕਰ। ਹਾਲਾਂਕਿ ਸੰਸਾਰ ਪੱਖੋਂ ਤੇ ਮਨੁੱਖ ਸਿਆਣਾ ਹੀ ਹੈ ਕਿ ਜਿੱਥੇ ਨੁਕਸਾਨ ਹੋਵੇ ਉੱਥੇ ਕੰਮ ਕਰਨਾ ਨਹੀਂ ਚਾਹੁੰਦਾ ਹੈ, ਜਿੱਥੇ ਲਾਭ ਹੋਏਗਾ ਉਹੀ ਕੰਮ ਕਰੇਗਾ। ਪਰ ਅੰਦਰੂਨੀ ਜੋ ਅਵਸਥਾ ਹੈ ਉਹਦੇ ਲਈ ਭਗਤ ਜੀ ਕਹਿਣ ਲੱਗੇ ਸੋਚ ਵਿਚਾਰ ਥੋੜਾ ਘੱਟ ਕਰਦਾ ਹੈ। ਇਸੇ ਕਾਰਨ ਦੁਨਿਆਵੀ ਤੌਰ ਤੇ ਸਿਆਣਪ ਰੱਖ ਦਿੱਤੀ ਹੈ, ਪਰ ਅਧਿਆਤਮਕ ਤੌਰ ਤੇ ਮਨੁੱਖ ਜਿਹੜਾ ਹੈ ਉਦਾਂ ਹੀ ਅਣਜਾਣ ਹੀ ਰਿਹਾ। ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ, ਉਹ ਕੰਮਾਂ ਨੂੰ ਭੁਲਾ ਦੇ, ਖਤਮ ਕਰ ਆਪਣੀ ਸੋਚ ਵਿਚਾਰ ਵਿੱਚ। ਕਿਉਂ? ਮਤ ਸ਼ਰਮਿੰਦਾ ਥੀ ਵਹੀਂ ਸਾਈਂ ਦੇ ਦਰਬਾਰ। ਫਿਰ ਸ਼ਰਮਿੰਦਗੀ ਨਹੀਂ, ਫਿਰ ਜਿਹੜਾ ਹੈ ਅਸੀਂ ਸੁਰਖਰੂ ਹੋ ਕੇ ਜਾਵਾਂਗੇ ਜੇਕਰ ਐਸੇ ਕੰਮਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਭੁਲਾ ਦਈਏ, ਵਿਸਾਰ ਦਈਏ, ਜਿਹਦਾ ਕੋਈ ਲਾਭ ਹੀ ਨਹੀਂ ਹੈਗਾ। ਫਿਰ ਸੁਰਖਰੂ ਹੋ ਜਾਵਾਂਗੇ, ਫਿਰ ਸਾਡੇ ਕੋਲ ਲਾਭ ਹੋਏਗਾ, ਨੁਕਸਾਨ ਨਹੀਂ ਹੋਏਗਾ। ਆਓ ਸਮੁੱਚਾ ਸ਼ਬਦ ਜਿਹੜਾ ਹੈ ਫਾਰਸੀ ਭਾਸ਼ਾ ਦੇ ਵਿੱਚ ਹੈ। ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਅਦਬ ਸਹਿਤਾ ਖੋਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਲੰਗ ਮਹਿਲਾ ਪੰਜਵਾਂ, ਰਾਗ ਤਿਲੰਗ ਹੈ। ਮਹਿਲਾ ਪੰਜਵਾਂ ਭਾਵ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਹੇ ਨੇ। ਘਰ ਪਹਿਲਾ, ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਤਾਲ ਨਾਲ ਸੰਬੰਧਿਤ ਹੈ ਜੀ। ਇਕੋ ਓੰਕਾਰ ਸਤਿਗੁਰ ਪ੍ਰਸਾਦ, ਪ੍ਰਮਾਤਮਾ ਇੱਕ ਹੈ, ਬ੍ਰਹਮ ਸਰੂਪ ਸਮੁੱਚੀ ਕਾਇਨਾਤ ਅੰਦਰ ਵਸਿਆ ਹੋਇਆ ਹੈ। ਜੇ ਪ੍ਰਾਪਤੀ ਕਰਨੀ ਹੈ ਤੇ ਉਹ ਗੁਰੂ ਦੀ ਕਿਰਪਾ ਰਹੀ ਹੋਏਗੀ। ਖਾਕ ਨੂਰ ਕਰਦੰ ਆਲਮ ਦੁਨੀਆਏ। ਖਾਕ ਦਾ ਅਰਥ ਹੁੰਦਾ ਮਿੱਟੀ, ਨੂਰ ਦਾ ਅਰਥ ਹੁੰਦਾ ਜੋਤ, ਕਰਦੰ ਦਾ ਅਰਥ ਹੁੰਦਾ ਸਿਰਜਣਹਾਰ ਪ੍ਰਮਾਤਮਾ। ਆਲਮ ਦੁਨੀਆਏ, ਇਹ ਜੋ ਜਗਤ ਹੈ, ਆਲਮ ਦਾ ਅਰਥ ਸੰਸਾਰ।
ਦੁਨੀਆਏ ਭਾਵੇ ਸੰਸਾਰ ਅਰਥ ਕੋਈ ਦੋਵਾਂ ਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਪਰਮਾਤਮਾ ਨੇ ਵੇਖੋ ਕੈਸੀ ਸ੍ਰਿਸ਼ਟੀ ਸਾਜੀ, ਇੱਕ ਮਿੱਟੀ ਵਿੱਚ ਜੋਤ ਰੱਖ ਦਿੱਤੀ। ਅਸੀਂ ਕੀ ਹਾਂ? ਮਿੱਟੀ। ਤੇ ਇਸ ਮਿੱਟੀ ਵਿੱਚ ਰੱਬ ਨੇ ਜੋਤ ਰੱਖ ਕੇ ਜਿਹੜਾ ਹੈ ਇਹਨੂੰ ਕਿਵੇਂ ਚਲਾਇਆ ਹੈ, ਉਹ ਤੇ ਉਹੀ ਜਾਣਦਾ ਹੈ। ਸੰਪੂਰਨ ਸ੍ਰਿਸ਼ਟੀ ਨੂੰ ਸਾਜਿਆ, ਪੰਜਾਂ ਤੱਤਾਂ ਨਾਲ ਬਣੀ ਹੋਈ ਹੈ। ਕੋਈ ਮਨੁੱਖਾ ਦੇਹੀ ਵਿੱਚ ਸਾਡੇ ਵਾਂਗੂ ਹੈ, ਕੋਈ ਪਸ਼ੂ, ਕੋਈ ਜਿਹੜਾ ਹੈ ਅਸਲ ਦੇ ਵਿੱਚ ਪੰਛੀ ਆਦਿ। ਅਖੀਰ ਤੇ ਉਹਨਾਂ ਦੀ ਹੋਂਦ ਕਹਿ ਲੋ ਕਿ ਮਿੱਟੀ ਹੈ। ਖਾਕ ਤੇ ਉਹਨਾਂ ਨੇ ਅਸਲ ਦੇ ਵਿੱਚ ਮਿੱਟੀ ਵਿੱਚ ਹੀ ਹੋਣਾ, ਸਪੁਰਦ ਤੇ ਮਿੱਟੀ ਵਿੱਚ ਹੀ ਹੋਣਾ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ, ਰੱਬ ਦੀ ਜਿਹੜੀ ਹੈ ਖੇਡ ਵੇਖੋ ਕੈਸੀ ਨਿਰਾਲੀ ਹੈ। ਉਹਨੇ ਇਸ ਮਿੱਟੀ ਦੇ ਵਿੱਚ ਜਿਹੜਾ ਹੈ ਨਾ ਆਤਮਾ ਰੱਖ ਦਿੱਤੀ, ਜੋਤ ਰੱਖ ਦਿੱਤੀ, ਤੇ ਸੰਪੂਰਨ ਬ੍ਰਹਿਮੰਡ ਨੂੰ, ਸੰਸਾਰ ਨੂੰ ਜਿਹੜਾ ਹੈ ਨਾ ਉਹਨੇ ਇਸ ਪ੍ਰਕਾਰ ਕਹਿ ਲੋ ਕਿ ਸਾਜਿਆ ਹੈ। ਅਸਮਾਨ ਜ਼ਿਮੀ ਦਰਖਤ ਆਬ, ਉਹਨੇ ਅਸਮਾਨ ਬਣਾਇਆ, ਜ਼ਿਮੀ ਧਰਤੀ, ਦਰਖਤ ਇਹ ਜਿਹੜੀ ਬਨਸਪਤੀ, ਆਬ ਪਾਣੀ। ਮਾਲਕ ਨੇ ਅਸਮਾਨ ਵੀ ਬਣਾਇਆ, ਧਰਤੀ ਵੀ ਬਣਾਈ, ਬਨਸਪਤੀ ਵੀ ਪੈਦਾ ਕੀਤੀ, ਪਾਣੀ ਵੀ ਜਿਹੜਾ ਹੈ ਸਾਨੂੰ ਬਖਸ਼ਿਆ। ਪੈਦਾਇਸ਼ ਖੁਦਾਏ, ਇਹ ਰੱਬ ਦੇ ਪੈਦਾ ਕੀਤੇ ਹੋਏ, ਰੱਬ ਨੇ ਬਣਾਏ ਹੋਏ ਨੇ ਇਸ ਕਾਇਨਾਤ ਦੇ ਵਿੱਚ। ਬੰਦੇ ਚਸ਼ਮ ਦੀਦੰ ਫਨਾਏ, ਇਹ ਬੰਦੇ ਜੋ ਕੁਝ ਵੀ ਤੂੰ ਆਪਣੀਆਂ ਅੱਖਾਂ ਦੇ ਨਾਲ ਵੇਖ ਰਿਹਾ ਹੈ, ਫਨਾਏ, ਫਨਾਏ ਦਾ ਅਰਥ ਹੁੰਦਾ ਹੈ ਅਸਲ ਦੇ ਵਿੱਚ ਨਾਸ਼ ਹੋਣਾ। ਬੰਦੇ ਚਸ਼ਮ ਅੱਖਾਂ, ਦੀਦੰ ਜੋ ਵੇਖ ਰਿਹਾ ਹੈ, ਫਨਾਏ ਸਭ ਨਾਸ਼ ਹੋਏ। ਜੋ ਪ੍ਰਮਾਤਮਾ ਨੇ ਸਾਜੀ ਹੋਈ ਸ੍ਰਿਸ਼ਟੀ ਹੈ, ਇੱਕ ਨਾ ਇੱਕ ਦਿਨ ਨਾਸ਼ ਜ਼ਰੂਰ ਹੋਣੀ ਹੈ। ਭਾਵ ਜਦੋਂ ਸਾਡਾ ਅੰਤ ਹੈ, ਸ੍ਰਿਸ਼ਟੀ ਤੇ ਚੱਲਦੀ ਰਹਿਣੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਜੋ ਪੈਦਾ ਹੋਈ ਚੀਜ਼ ਉਹਨੇ ਆਪਣੇ ਸਮੇਂ ਮੁਤਾਬਕ ਨਾਸ਼ ਜ਼ਰੂਰ ਹੋ ਜਾਣਾ। ਜੋ ਕੁਝ ਵੀ ਵੇਖ ਰਹੇ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਈ, ਇਹ ਜੋ ਦੁਨੀਆ ਹੈ, ਮੁਰਦਾਰ ਦਾ ਅਰਥ ਹੁੰਦਾ ਹੈ ਕਹਿ ਲੋ ਕਿ ਮੁਰਦਾ ਖਾਣ ਵਾਲੀ, ਹਰਾਮ ਖਾਣ ਵਾਲੀ। ਪਰਾਇਆ ਧਨ ਲੁੱਟ ਕੇ ਖਾਣ ਵਾਲੀ। ਖੁਰਦਨੀ, ਖੁਰਦਨੀ ਦਾ ਅਰਥ ਹੈ ਖਾਣ ਵਾਲੀ। ਗਾਫਲ ਸੁੱਤਾ ਹੋਇਆ ਹੈ ਮਨੁੱਖ, ਗਾਫਲਤਾ ਦੀ ਨੀਂਦ ਵਿੱਚ, ਭਟਕਣਾ ਵਿੱਚ। ਹਵਾਏ, ਹਵਾਏ ਤੋਂ ਭਾਵ ਹੁੰਦਾ ਹੈ ਲਾਲਚ। ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਇੱਕ ਪਾਸੇ ਤੈਨੂੰ ਇਹ ਦ੍ਰਿੜ ਕਰਵਾਇਆ ਜਾ ਰਿਹਾ ਹੈ ਕਿ ਸੰਸਾਰ ਜੋ ਕੁਝ ਵੀ ਤੂੰ ਵੇਖ ਰਿਹਾ ਹੈ ਅੱਖਾਂ ਦੇ ਨਾਲ, ਉਹਨੇ ਨਾਸ਼ ਹੋ ਜਾਣੇ ਇੱਕ ਦਿਨ। ਪਰ ਦੁਨੀਆ ਨੂੰ ਪਤਾ ਹੈ ਸਭ ਕੁਝ, ਆਪਣੀਆਂ ਅੱਖਾਂ ਦੇ ਨਾਲ ਵੇਖ ਰਹੀ ਹੈ। ਵੇਖੋ ਬੰਦਾ ਚੱਲਿਆ, 4 ਜਣਿਆਂ ਦੇ ਕੰਨ ਚਾਰਾਂ ਮੋਢਿਆਂ ਤੇ ਜਾਂਦੀ ਹੋਈ ਅਰਥੀ ਵੇਖਦਾ ਹੈ। ਪਰ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ, ਮਾਇਆ ਦੇ ਅਧੀਨ ਲਾਲਚ ਵਸ ਹੋ ਕੇ ਫਿਰ ਜਿਹੜਾ ਹੈ ਇਹ ਇਨਸਾਨ ਇੰਨੀ ਗੂੜੀ ਗਾਫਲਤਾ ਦੀ ਨੀਂਦ ਸੌ ਜਾਂਦਾ ਹੈ, ਫਿਰ ਇਹਨੂੰ ਚੇਤਾ ਨਹੀਂ ਹੁੰਦਾ, ਫਿਰ ਇਹ ਪਰਾਇਆ ਧਨ ਲੁੱਟ ਲੁੱਟ ਕੇ ਖਾਂਦਾ ਹੈ। ਮੁਰਦਾਰ, ਮਰਿਆ ਹੋਇਆ। ਰਹਾਉ ਗੈਬਾਨ ਹੈਵਾਨ ਹਰਾਮ ਕੁਸ਼ਤਨੀ, ਗੈਬਾਨ ਦਾ ਅਰਥ ਹੁੰਦਾ ਹੈ ਪ੍ਰੇਤ, ਭੂਤ ਪ੍ਰੇਤ। ਹੈਵਾਨ ਪਸ਼ੂ। ਹਰਾਮ ਕੁਸ਼ਤਨੀ ਕਹਿਣ ਲੱਗੇ ਜਿਵੇਂ ਭੂਤ ਹੋਣ, ਪਸ਼ੂ ਹੋਣ। ਅਸਲ ਦੇ ਵਿੱਚ ਜਿਹੜਾ ਹੈ ਉਹ ਵੀ, ਕਿਉਂਕਿ ਜੇ ਇੱਕ ਸ਼ੇਰ ਕਹਿ ਲਓ, ਮਾਸਾਹਾਰੀ ਜਿਹੜਾ ਵੀ ਜੀਵ ਹੈ,
ਅਸਲ ਦੇ ਵਿੱਚ ਉਹ ਜਦੋਂ ਆਪਣਾ ਸ਼ਿਕਾਰ ਕਰਦਾ ਹੈ ਤੇ ਸ਼ਿਕਾਰ ਜਿਹੜਾ ਇਹ ਨਹੀਂ ਕਿ ਉਹਦੇ ਕੋਲ ਖੁਦ ਬਖੁਦ ਆ ਜਾਂਦਾ ਹੈ, ਧੱਕਾ ਕਰਦਾ ਹੈ, ਜ਼ਬਰਦਸਤੀ ਕਰਦਾ ਹੈ, ਮਾਰਦਾ ਹੈ, ਫਿਰ ਖਾਂਦਾ ਹੈ। ਪੰਜਵੇਂ ਪਾਤਸ਼ਾਹ ਜੀ ਨੇ ਇਸ ਲਈ ਉਦਾਹਰਨ ਦਿੱਤੀ, ਕਹਿਣ ਲੱਗੇ ਹੀ ਇਨਸਾਨ ਤੂੰ ਪ੍ਰੇਤ ਤੇ ਪਸ਼ੂ ਬਿਰਤੀ ਧਾਰਨ ਕੀਤੀ ਹੋਈ ਹੈ, ਜਿਵੇਂ ਉਹ ਹਰਾਮ ਦਾ ਖਾਂਦੇ ਨੇ, ਭਾਵ ਜਿਹੜਾ ਪਰਾਇਆ ਖਾਂਦੇ ਨੇ, ਪਰਾਇਆ ਧਨ ਲੁੱਟ ਕੇ ਖਾਂਦੇ ਨੇ। ਤੇ ਮਾਲਕ ਕਹਿਣ ਲੱਗੇ ਉਸੇ ਪ੍ਰਕਾਰ ਤੂੰ ਵੀ ਇਸ ਸੰਸਾਰ ਦੇ ਅੰਦਰ ਪਰਾਇਆ ਧਨ ਜਿਹੜਾ ਹੈ ਅਸਲ ਦੇ ਵਿੱਚ ਲੁੱਟ ਕੇ ਖਾ ਰਿਹਾ ਹੈ। ਦਿਲ ਕਬਜ਼ ਕਬਜ਼ਾ ਕਾਦਰੋ ਦੋ ਜਿਤ ਸਜਾਏ, ਮਾਇਆ ਨੇ ਮੁਕੰਮਲ ਕਬਜ਼ਾ ਜਿਹੜਾ ਤੇਰੇ ਦਿਲ ਤੇ ਕੀਤਾ ਹੋਇਆ ਹੈ। ਦਿਲ ਕਬਜ਼ ਕਬਜ਼ਾ, ਦਿਲ ਉੱਤੇ ਮਾਇਆ ਨੇ ਸੰਪੂਰਨ ਕਬਜ਼ਾ ਕੀਤਾ ਹੋਇਆ ਹੈ। ਮਾਇਆ ਮਨਮਾਨੀ ਕਰਵਾ ਰਹੀ ਹੈ, ਪਰ ਚੇਤੇ ਰੱਖੀ ਕਾਦਰੋ ਦੋਜਕ ਸਜਾਏ। ਕਾਦਰੋ ਤੋਂ ਭਾਵ ਜਿਹੜਾ ਹੈ ਕਾਦਰ ਸ੍ਰਿਸ਼ਟੀ ਨੂੰ ਸਾਜਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਫਿਰ ਜਿਹੜਾ ਨਾ ਤੈਨੂੰ ਨਰਕਾਂ ਦੇ ਵਿੱਚ ਸਜਾ ਜਾਏਗਾ। ਦੋਜ਼ਖ ਨਰਕ ਸਜਾਏ ਦਾ ਅਰਥ ਆਪਕੋ ਪਤਾ ਹੈ। ਨਰਕ ਵਿੱਚ ਵੀ ਕਹਿ ਲੋ ਕਿ ਥਾਂ ਨਹੀਂ ਮਿਲਦੀ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨਾਏ। ਵਲੀ ਨਿਆਮਤ ਦਾ ਅਰਥ ਹੁੰਦਾ ਹੈ ਪਿਤਾ, ਬਿਰਾਦਰਾਂ ਭਰਾ ਭਾਈ, ਦਰਬਾਰ ਅਰਥ ਜਾਣਦੇ ਹੋ ਮਿਲਕ, ਅਸਲ ਦੇ ਵਿੱਚ ਜੋ ਜਾਇਦਾਦ ਹੁੰਦੀ ਉਹਨੂੰ ਮਿਲਕ ਕਹਿੰਦੇ ਨੇ। ਖਾਨਾਏ, ਖਾਨਾਏ ਦਾ ਅਰਥ ਹੁੰਦਾ ਘਰ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਵੇਂ ਪਿਤਾ ਹੈ, ਭਾਵੇਂ ਭਰਾ ਭਾਈ ਨੇ, ਭਾਵੇਂ ਬਹੁਤ ਵੱਡਾ ਤੇਰਾ ਦਰਬਾਰ ਹੈ, ਭਾਵੇਂ ਜਾਇਦਾਦ ਬਹੁਤ ਹੈ ਤੇਰੇ ਕੋਲ, ਖਾਨਾਏ ਅਸਲ ਦੇ ਵਿੱਚ ਘਰ ਬਹੁਤ ਵੱਡਾ ਹੈ ਤੇਰੇ ਕੋਲ। ਚੇਤੇ ਰੱਖੀ ਜਬ ਅਜ਼ਰਾਇਲ ਬਸਤਨੀ, ਅਜ਼ਰਾਇਲ ਮੌਤ ਦਾ ਫਰਿਸ਼ਤਾ, ਬਸਤਨੀ ਦਾ ਅਰਥ ਹੁੰਦਾ ਹੈ ਬੰਨ ਕੇ ਜਦੋਂ ਅੱਗੇ ਤੋਰ ਲਏਗਾ। ਤਬ ਚੇਕਾਰੇ ਵਿਦਾਏ, ਜਦੋਂ ਅਸਲ ਦੇ ਵਿੱਚ ਜਿਹੜਾ ਨਾ ਤੈਨੂੰ ਵਿਦਾ ਹੋਣਾ ਪੈਣਾ ਹੈ ਸੰਸਾਰ ਤੋਂ, ਫਿਰ ਮੌਤ ਦਾ ਫਰਿਸ਼ਤਾ ਤੈਨੂੰ ਬੰਨ ਕੇ ਜਦੋਂ ਲੈ ਕੇ ਜਾਏਗਾ ਉਦੋਂ ਦੱਸ ਕੀ ਕਰੇਗਾ। ਆ ਜਿਹੜੀਆਂ ਚੀਜ਼ਾਂ ਫਿਰ ਤੇਰੇ ਕਿਹੜੇ ਕੰਮ ਆਉਣਗੀਆਂ, ਜਿਨ੍ਹਾਂ ਪਿੱਛੇ ਸਾਰੀ ਉਮਰ ਦੌੜਦਾ ਰਿਹਾ। ਇਹ ਨਹੀਂ ਕਿ ਰਿਸ਼ਤੇਦਾਰੀ ਛੱਡ ਦਿਓ, ਮਾਲਕ ਜੀ ਇਸ ਪਾਸੇ ਨਹੀਂ ਕਹਿ ਰਹੇ। ਪਰਿਵਾਰ ਵਿੱਚ ਰਹੋ, ਸੰਸਾਰ ਵਿੱਚ ਰਹੋ, ਰਿਸ਼ਤੇਦਾਰੀਆਂ ਵਿੱਚ ਭਾਵੇਂ ਰਹੋ, ਵਿਚਰੋ, ਪਰ ਸਤਿਗੁਰੂ ਜੀ ਕਹਿੰਦੇ ਸੁਰਤ ਕਿਤੇ ਅਕਾਲ ਪੁਰਖ ਦੇ ਨਾਲ ਜੋੜ ਲਿਆ। ਫਿਰ ਉਹ ਪਰਿਵਾਰ ਵੀ ਪਵਿੱਤਰ ਹੈ, ਸੰਸਾਰ ਵੀ ਪਵਿੱਤਰ ਹੈ, ਰਿਸ਼ਤੇਦਾਰ ਵੀ ਪਵਿੱਤਰ ਨੇ। ਪਰ ਇਹ ਚੀਜ਼ਾਂ ਜੇਕਰ ਰੱਬ ਤੋਂ ਦੂਰ ਕਰ ਰਹੀਆਂ ਨੇ ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਚੇਤੇ ਰੱਖੀ ਅਖੀਰ ਵਿੱਚ ਤੇ ਕੋਈ ਗੱਲ ਹੋਏਗੀ। ਅਜ਼ਰਾਇਲ, ਜਬ ਅਜ਼ਰਾਇਲ ਬਸਤਨੀ, ਜਦੋਂ ਮੌਤ ਦਾ ਫਰਿਸ਼ਤਾ ਬਣੇਗਾ ਤੈਨੂੰ ਬੰਨ ਕੇ ਤੇ ਅੱਗੇ ਤੋਰੇਗਾ, ਚੱਲ ਪਈ ਹੋਈ। ਤਬ ਚੇਕਾਰੇ ਵਿਦਾਏ, ਉਦੋਂ ਦੱਸ ਫਿਰ ਇਹ ਸਭ ਕੁਝ ਤੇਰੇ ਕਿਹੜੇ ਕੰਮ ਆਏਗਾ। ਇਹਨਾਂ ਨੇ ਆਉਣਾ ਹੈ ਅੱਗੇ? ਨਹੀਂ ਆਉਣਾ। ਹਵਾਲ ਮਾਲੂਮ ਕਰਦੰ ਪਾਕ ਅੱਲਾਹ, ਪਵਿੱਤਰ ਪਰਮਾਤਮਾ, ਪਾਕ ਦਾ ਅਰਥ ਹੈ ਪਵਿੱਤਰ, ਅੱਲਾਹ ਰੱਬ, ਜੋ ਪਵਿੱਤਰ ਪਰਮਾਤਮਾ ਹੈ, ਰੱਬ ਹੈ। ਹਵਾਲ ਮਾਲੂਮ ਕਰਦਨ, ਹਵਾਲ ਦਾ ਅਰਥ ਹੁੰਦਾ ਹੈ ਹਾਲ ਚਾਲ, ਮਾਲੂਮ ਦਾ ਅਰਥ ਉਹਨੂੰ ਪਤਾ ਹੈ, ਕਰਦਨ ਉਹਨੂੰ ਪਤਾ ਹੈ। ਅਸਲ ਦੇ ਵਿੱਚ ਪਰਮਾਤਮਾ ਜੋ ਪਵਿੱਤਰ ਹੈ, ਉਸ ਪਰਮਾਤਮਾ ਨੂੰ, ਗੁਰੂ ਸਾਹਿਬ ਜੀ ਨੂੰ ਸਾਡੇ ਅੰਦਰ ਦਾ ਹਾਲ ਸਭ ਕੁਝ ਪਤਾ ਹੈ। ਉੱਥੋਂ ਕੋਈ ਲੁਕਿਆ ਛਿਪਿਆ ਨਹੀਂ, ਉਹ ਦਿਲਾਂ ਦੀਆਂ ਜਾਣਦਾ ਹੈ। ਹਵਾਲ ਮਾਲੂਮ ਕਰਦਨ ਪਾਕ ਅੱਲਾਹ, ਅਖੀਰ ਵਿੱਚ ਮਾਲਕ ਕਹਿਣ ਲੱਗੇ ਅਰਦਾਸ ਕਰਦਾ ਕਿ ਇਹਨਾਂ ਚੀਜ਼ਾਂ ਤੋਂ ਬਚ ਜਾਈਏ। ਲੇਖਾ ਤਾਂ ਫਿਰ ਦੇਣਾ ਹੀ ਪੈਣਾ।
बाबा कबीर जी का भी सोठ राग के अंदर बचन है। भगत जी कहन लगे, कर प्रपंच बहु पर धन लियावै। बहु प्रपंच कर पर धन लियावै, सुत दारा पह आन लुटावै। मन मेरे भूले कपट न कीजै, अंत नबेरा तेरे जी पह लीजै। वल छल करके धन कमा के घरे लैके आउना है। मता किते समझी कि असल दे विच सारे अखीर विच हिस्सेदार होणगे नहीं। जिन्ने कमाया है असर ते जाएगा ही परिवार ते, पर हिसाब किताब केवल तां केवल ओही देगा जिहड़ा कमा के वल छल दी रोटी लैके आया। उस वल छल दी रोटी का असर पुठा पेगा, सारियां ते पेगा, परिवार ते भी पेगा, पर हिसाब किताब केवल ओहदे तों ही लिया जाता है जिहड़ा कमा के लैके आया। इस करके गुरु अर्जन देव महाराज जी कहन लगे, रब साडे अंदर दे हाल नूं जाणदा है, ते इस करके गुरु परमात्मा की अरदास कर। जिहड़ी अरदास है, बुगो नानक अरदास बुगोदार, फारसी दे विच बुगोदार है आख भाई, रब नूं आख। बुगो नानक अरदास पेश दरवेश बंदाह। रब अगे अरदास करके गुरमुख प्यारिਆਂ ਦੀ संगत मिल जाए, दरवेशां ਦੀ संगत मिले, ਤੇ ਉਸ ਸੰਗਤ ਦੇ ਵਿੱਚ ਮੈਂ ਮਿਲ ਕੇ ਤੇ ਤੁਹਾਡੇ ਅੱਗੇ ਅਰਦਾਸ ਕਰਾਂ ਕਿ ਇਹਨਾਂ ਵਿਸ਼ੇ ਵਿਕਾਰਾਂ ਤੋਂ, ਇਸ ਵਲਛਲ ਤੋਂ, ਇਸ ਮਾਇਆ ਤੋਂ ਜਿਹੜਾ ਮੈਨੂੰ ਬਚਾ ਲਓ। ਇਹਨੇ ਦਿਲ ਤੇ ਕਬਜ਼ਾ ਕੀਤਾ ਹੋਇਆ ਤੇ ਇੱਥੋਂ ਕੋਈ ਬਚ ਨਹੀਂ ਸਕਦਾ। जिस करके मालिक कहन लगे अरदास करिए कि समझ आ जाए कि हाँ दुनिया फानी है, रहन वाला कोई भी नहीं है, ते असीं जिहड़ा है अपने कर्म जिहड़ा चंगे कर लईए तां जो रब जी तेरी हजूरी विच असीं सुरखरू हो सकीए। ये तां ही हो सकदा है जदों रब्बी प्यारिਆਂ ਦੀ संगत विच मिल के असीं गुरु परमात्मा दे चरनां विच अरदास करांगे। बुगो नानक अरदास पेश दरवेश बंदा। गुरु कृपा करे बचन हिरदियां विच वसन जी। बेअंत भुलां दी खिमा। वाहिगुरू जी का खालसा, वाहिगुरू जी की फतेह।